ਪ੍ਰਾਈਮ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਖਾਸ ਮੁਲਾਕਾਤ ਤੇ ਇਸ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਖਾਸ ਇਨਫੋਰਮੇਸ਼ਨ ਡਰਾਈਵਰਸ ਦੇ ਲਈ। ਮੈਂ ਹਾਂ ਜੀ ਸੁਖਜੀਤ ਸੁਖ ਤੇ ਮੇਰੇ ਨਾਲ ਮੌਜੂਦ ਨੇ ਦਰਬਾਰਾ ਸਿੰਘ ਜੀ ਤੂਤ ਤੇ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਇਹਨਾਂ ਤੋਂ ਜਾਣਕਾਰੀ ਲਈ ਕਾਰ ਦੇ ਲਾਇਸੈਂਸ ਬਾਰੇ ਤੇ ਅੱਜ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਟਰੱਕ ਦਾ ਲਾਇਸੈਂਸ ਤੇ ਬੱਸ ਦੇ ਲਾਇਸੈਂਸ ਬਾਰੇ। ਪਹਿਲਾਂ ਤਾਂ ਉਹਨਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ। ਦਰਬਾਰਾ ਸਿੰਘ ਜੀ ਬਹੁਤ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬੀ ਟੀਵੀ ਤੇ। ਥੈਂਕ ਯੂ ਜੀ ਸੱਦਣ ਲਈ ਮੈਨੂੰ ਟੀਵੀ ਤੇ। ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਾਰ ਦੇ ਲਾਇਸੈਂਸ ਬਾਰੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਟਰੱਕ ਦੇ ਲਾਇਸੈਂਸ ਬਾਰੇ। ਕਾਰ ਦਾ ਲਾਇਸੈਂਸ ਕੰਪਲੀਟ ਹੋਣ ਤੋਂ ਬਾਅਦ ਜੇ ਮੈਂ ਟਰੱਕ ਦਾ ਲਾਇਸੈਂਸ ਲੈਣਾ ਉਹਦੇ ਲਈ ਮੇਰਾ ਕੀ ਜਿਹੜਾ ਫਸਟ ਸਟੈਪ ਹੋਣਾ ਚਾਹੀਦਾ? ਉਸੇ ਲਾਇਸੈਂਸ ਤੇ ਮੈਂ ਟਰੱਕ ਡਰਾਈਵ ਕਰ ਸਕਦਾ ਜਾਂ ਉਹਦੇ ਲਈ ਕੋਈ ਡਿਫਰੈਂਟ ਰਿਕੁਆਇਰਮੈਂਟਸ ਹੋਣਗੀਆਂ? ਨਹੀਂ, ਜਿਵੇਂ ਤੁਸੀਂ ਕਾਰ ਦਾ ਲਾਇਸੈਂਸ ਪਾਸ ਕਰਨਾ ਫਿਰ ਤੁਹਾਨੂੰ ਟਰੱਕ ਦਾ ਲਾਇਸੈਂਸ ਸੈਪਰੇਟ ਹੈ ਤੇ ਬੱਸ ਦਾ ਲਾਇਸੈਂਸ ਸੈਪਰੇਟ ਹੈ, ਮਿਨੀ ਬੱਸ ਦਾ ਲਾਇਸੈਂਸ ਸੈਪਰੇਟ ਹੈ। ਤੇ ਜਿਹੜੇ ਟਰੱਕ ਦੀਆਂ ਕੈਟਾਗਰੀਆਂ ਉਹ ਦੋ ਕੈਟਾਗਰੀਆਂ ਹੈਗੀਆਂ, ਉਹਨਾਂ ਨੂੰ ਕਹਿੰਦਾ C1 ਕੈਟਾਗਰੀ ਤੇ C ਕੈਟਾਗਰੀ ਤੇ C+E ਤਿੰਨ ਕੈਟਾਗਰੀਆਂ ਆ। C1 ਕੈਟਾਗਰੀ ਜਿਹੜੀ ਹੈਗੀ ਆ ਉਹ 3.5 ਟਨਸ to 7.5 ਟਨਸ ਆ। ਜਿਹੜੀ C ਕੈਟਾਗਰੀ ਆ ਉਹ ਹੈਗਾ 3.5 ਟਨਸ to 32 ਟਨਸ ਕੈਟਾਗਰੀ ਆ। ਜਿਹੜੇ ਤੁਸੀਂ C ਕਰਦੇ ਆ ਤੁਹਾਡੇ C1 ਕੈਟਾਗਰੀ ਆਟੋਮੈਟਿਕਲੀ ਵਿੱਚ ਇਨਕਲੂਡ ਹੋ ਜਾਂਦਾ। ਹਾਂਜੀ, ਤੇ ਕਾਹਤੇ ਉਹਨੇ ਆਹ ਕੈਟਾਗਰੀਆਂ ਬਣਾਈਆਂ ਕਿਉਂਕਿ ਕਈ ਲੋਕ ਚਾਹੁੰਦੇ ਕਿ ਹਮੇ ਮੈਂ ਅਪ ਟੂ 7.5 ਟਨ ਜਾਂ ਕੰਪਨੀ ਕੋਲ 7.5 ਟਨ ਤਾਈਂ ਹੁੰਦਾ, ਉਹਨੇ ਦੇਖਦੇ ਉਹੀ ਕੈਟਾਗਰੀ ਕਰਾਉਂਦੇ ਆ। The best category is the C ਜਾਂ the D category. Okay. C category ਹੈਗੀ ਆ between 3.5 tons to 32 tons। ਜਿਹੜੇ ਤੁਸੀਂ ਉਹ ਕਰ ਲੈਂਦੇ ਆ ਤੁਹਾਡਾ C1 ਵੀ ਵਿੱਚ ਆ ਜਾਂਦਾ। ਤੇ ਜਿਹੜੇ ਅਸੀਂ ਜੇ ਤੁਸੀਂ ਬੱਸਾਂ ਦੇ ਕਰਨਾ ਚਾਹੁੰਦੇ ਆ ਦੋ ਕੈਟਾਗਰੀਆਂ D1 ਤੇ D ਆ। ਜਿਹੜੇ D1 ਆ ਉਹ ਤਾਂ ਤੁਸੀਂ ਹੈਗੇ ਮਿਨੀ ਬੱਸ 'ਚ ਤੇ D ਹੈਗੀ ਆ ਤੁਹਾਡੀ ਹੋਰ ਬੱਸਿਸ। ਜਿਹੜੇ ਤੁਸੀਂ D ਕਰ ਲੈਂਦੇ D1 ਜਿਹੜੀ ਮਿਨੀ ਬੱਸ ਕੈਟਾਗਰੀ ਵਿੱਚ ਆ ਜਾਂਦੀ ਹੈ। ਓਕੇ, ਸੋ ਕਾਰ ਦੇ ਲਾਇਸੈਂਸ ਤੋਂ ਬਾਅਦ ਆਪਾਂ ਸਟ੍ਰੇਟ ਵੇ ਇਹਨਾਂ ਦੀ ਥਿਊਰੀ ਬੁੱਕ ਕਰ ਸਕਦੇ ਹਾਂ ਜਾਂ ਉਹਦੇ ਲਈ ਕੋਈ ਮੈਡੀਕਲ ਦੀ ਲੋੜ ਪੈਂਦੀ ਆ ਜਾਂ ਫਾਰਮ ਹੁੰਦਾ ਕੋਈ ਸਪੈਸ਼ਲ ਆਉਂਦਾ? ਓਕੇ, ਜਿਹੜੇ ਤੁਸੀਂ ਟਰੱਕ ਦਾ ਪਾਸ ਕਰਨਾ ਚਾਹੁੰਦੇ ਆ ਤੁਸੀਂ ਪਹਿਲਾਂ ਤੁਹਾਨੂੰ ਪ੍ਰੋਵੀਜ਼ਨਲ ਟਰੱਕ ਜਾਂ ਬੱਸ ਦਾ ਤੁਹਾਨੂੰ ਅਪਲਾਈ ਕਰਨਾ ਪੈਣਾ। ਓਕੇ, ਦੋ ਫਾਰਮ ਹੁੰਦੇ ਆ D1 D2 ਤੇ D4। ਓਕੇ, ਜਿਹੜਾ D2 ਆ ਉਹ ਐਪਲੀਕੇਸ਼ਨ ਫਾਰਮ ਆ ਤੇ D4 ਮੈਡੀਕਲ ਫਾਰਮ ਆ। ਜਿਹੜਾ ਮੈਡੀਕਲ ਆ ਜਾਂ ਤਾਂ ਤੁਸੀਂ ਆਪਣੇ ਡਾਕਟਰ ਕੋਲ ਤੁਸੀਂ ਕਰਾ ਸਕਦੇ ਆ ਜਾਂ ਸਾਡੇ ਕੋਲ ਵੀ ਡਾਕਟਰ ਹੁੰਦੇ ਆ ਜਿਹੜੇ ਥੋੜੇ ਡਿਸਕਾਊਂਟ ਰੇਟ ਤੁਹਾਨੂੰ ਦੇ ਕੇ ਉਹ ਮੈਡੀਕਲ ਕਰ ਦੋਗੇ। ਜਿਸ ਵੇਲੇ ਤੁਸੀਂ ਉਹ ਦੋ ਫਾਰਮ ਭਰ ਦਿੱਤੇ ਉਹਦੇ ਨਾਲ ਤਾਂ ਤੁਸੀਂ ਆਪਣਾ ਡਰਾਈਵਰ ਲਾਇਸੈਂਸ ਭੇਜ ਦੇਣਾ DVI ਨੂੰ। ਓਕੇ, ਤੇ ਉਹ ਜਿਹੜਾ ਡਰਾਈਵਰ ਜਿਹੜੇ ਉਹ ਐਪਲੀਕੇਸ਼ਨ ਪ੍ਰੋਸੈਸ ਹੈਗਾ ਉਹਨੇ ਤੁਹਾਨੂੰ ਲਾਇਸੈਂਸ ਮੁੜ ਕੇ ਭੇਜ ਦੇਣਾ। ਪਰ ਲਾਇਸੈਂਸ ਦੇ ਉੱਤੇ ਉਹਨੀ ਪ੍ਰੋਵੀਜ਼ਨਲ ਕੈਟਾਗਰੀ ਨਹੀਂ ਲਾਉਣੀਆਂ। ਓਕੇ, ਉਹ ਤੁਹਾਨੂੰ ਇੰਟਰਨੈਟ ਤੇ ਪਤਾ ਲੱਗ ਜਾਂਦਾ ਕਿ ਹਾਂ ਵੀ ਕਿ ਕਿਹੜੀ ਕੈਟਾਗਰੀ ਉਹਨੇ ਇੰਡੋਰਸ ਕਰ ਦਿੱਤੀ ਆ। ਜਿਸ ਵੇਲੇ ਤੁਸੀਂ ਐਪਲੀਕੇਸ਼ਨ ਪਾਉਣਾ ਅਸੀਂ ਸਾਰਿਆਂ ਨੂੰ ਕਹਿੰਦੇ ਹੁੰਦੇ ਆ ਕਿ ਤੁਸੀਂ ਸਾਰੀਆਂ ਕੈਟਾਗਰੀਆਂ ਦੀ ਟਿਕ ਆਫ ਕਰ ਦਿਓ ਕਿ ਤੁਹਾਨੂੰ ਸਾਰੀਆਂ ਪ੍ਰੋਵੀਜ਼ਨਲ ਕੈਟਾਗਰੀਆਂ ਮਿਲ ਜਾਓ ਐਟ ਦ ਸੇਮ ਟਾਈਮ। ਉਹ ਸਾਰੀਆਂ ਫ੍ਰੀ ਆ। ਇਟਸ ਬੈਸਟ ਟੂ ਚੰਗਾ ਕਿ ਤੁਸੀਂ ਇੱਕਦਾਂ ਉਹ ਸਾਰੀਆਂ ਲੈ ਲੈਣੀਆਂ। ਓਕੇ, ਤੇ ਜੇ ਆਪਾਂ ਟੈਸਟ ਦੀ ਗੱਲ ਕਰੀਏ ਟਰੱਕ ਦੇ ਟੈਸਟ ਦੀ ਉਹ ਸਿਮਿਲਰ ਟੂ ਕਾਰ ਹੀ ਹੋਵੇਗਾ ਜਾਂ ਇਹਦੇ 'ਚ ਡਿਫਰੈਂਸ ਹੁੰਦਾ ਕੁਝ? ਹਾਂਜੀ, ਜਿਸ ਵੇਲੇ ਤੁਸੀਂ ਟਰੱਕ ਦਾ ਟੈਸਟ ਜਿਸ ਵੇਲੇ ਤੁਹਾਡਾ ਪ੍ਰੋਵੀਜ਼ਨਲ ਲਾਇਸੈਂਸ ਮੁੜ ਕੇ ਆ ਗਿਆ ਤੁਸੀਂ ਟਰੱਕ ਜਾਂ ਬੱਸ ਦੀ ਥਿਊਰੀ ਟੈਸਟ ਤੇ ਹੈਜ਼ਰਡ ਕਰਨਾ ਪੈਣਾ। ਓਕੇ, ਜਿਸ ਵੇਲੇ ਤੁਸੀਂ ਉਹ ਦੋ ਕਲੀਅਰ ਕਰਕੇ ਤੁਸੀਂ ਪ੍ਰੈਕਟੀਕਲ ਟੈਸਟ ਬੁੱਕ ਕਰ ਸਕਦੇ ਆ। ਪ੍ਰੈਕਟੀਕਲ ਟੈਸਟ ਜਿਹੜੇ ਤੁਸੀਂ ਬੁੱਕ ਕਰਨਾ ਇਹ ਥੋੜਾ ਜਿਹਾ ਡਿਫਰੈਂਟ ਚੱਲ ਰਿਹਾ ਕਾਰ ਤੋਂ ਤੁਸੀਂ ਕੋਈ ਲੋਕ ਬਿਗਿਨਰ ਟੂ ਪਾਸਿੰਗ ਅ ਟੈਸਟ। ਜਿਹੜੇ ਟਰੱਕ ਦੀ ਆ ਇਹ ਹੈਗੀ ਆ ਸਿਲੇਬਸ ਬੇਸਡ ਟ੍ਰੇਨਿੰਗ। ਸਿਲੇਬਸ ਮਤਲਬ ਕਿ ਹਾਂ ਵੀ ਕਾਰ 'ਚ ਵੀ ਸਿਲੇਬਸ ਬੇਸਡ ਟ੍ਰੇਨਿੰਗ ਆ ਬਟ ਦਿਸ ਇਹ ਜ਼ਿਆਦਾ ਸਿਲੇਬਸ ਆ। ਗਵਰਨਮੈਂਟ ਨੇ ਸਿਲੇਬਸ ਬਣਾਇਆ ਉਹ ਸਿਲੇਬਸ ਨੂੰ ਸਾਨੂੰ ਕਵਰ ਕਰਨਾ ਪੈਂਦਾ ਬਿਫੋਰ ਗੋਇੰਗ ਟੂ ਟੈਸਟ। ਜਿਹੜਾ ਸਿਲੇਬਸ ਤੁਸੀਂ ਕਰਦੇ ਆ ਉਹ ਜਨਰਲੀ ਸਪੀਕਿੰਗ ਹੁੰਦੇ ਆ 10 ਆਵਰਸ ਟ੍ਰੇਨਿੰਗ ਹੁੰਦੀ ਆ, ਉਹ ਵਾਰਮ ਅਪ ਲੈਸਨ ਹੁੰਦਾ ਐਂਡ ਗੋਇੰਗ ਟੂ ਟੈਸਟ। ਉਹਦੇ ਸਿਲੇਬਸ ਵਿੱਚ ਤੁਸੀਂ ਸਾਰਾ ਸਿਲੇਬਸ ਕਵਰ ਕਰਦੇ ਆ ਤੇ ਸਾਰਾ ਤੁਸੀਂ ਦੂਸਰਾ ਟ੍ਰਿਕੀ ਪਾਰਟਸ ਆਫ ਦ ਟੈਸਟ ਰੂਟ ਕਵਰ ਕਰ ਰਹੇ ਆ। ਜਦੋਂ ਤੁਸੀਂ ਉਹ ਕਵਰ ਕਰ ਲੈ ਯੂ ਟੈਸਟ ਰੈਡੀ। ਜਨਰਲੀ ਸਪੀਕਿੰਗ ਜਿਹੜੇ ਬੰਦਾ ਕਾਰ ਅਸੀਂ ਐਡਵਾਈਜ਼ ਕਰਦੇ ਹਾਂ ਜਿਹੜੇ ਬੰਦਾ ਕਾਰ ਟੈਸਟ ਪਾਸ ਕਰਦੇ ਅਸੀਂ ਕਹਿੰਦੇ ਹਾਂ ਕਿ ਤੁਸੀਂ ਅਨਲੈਸ ਉਹਨਾਂ ਕੋਲ ਤੁਹਾਡੇ ਕੋਲ
ਪਹਿਲਾਂ ਐਕਸਪੀਰੀਅੰਸ ਹੈਗਾ ਕਿਤੇ ਹੋਰ ਗੱਡੀ ਚਲਾਉਣ ਦਾ। ਜੇ ਨਹੀਂ ਹੈਗਾ ਅਸੀਂ ਐਡਵਾਈਸ ਆਲਵੇਜ਼ ਕਰੀਦਾ ਕਿ ਤੁਸੀਂ ਇੱਦਾਂ ਕਰੋ, ਥੋੜ੍ਹਾ ਜਿਹਾ ਰੋਡ ਸੈਂਸ ਬਿਲਡ ਕਰ ਲਓ, ਕਿਉਂਕਿ ਇੰਡੀਆ ਦਾ ਰੋਡ ਸੈਂਸ ਇਜ਼ ਡਿਫਰੈਂਟ, ਇੱਥੇ ਰੋਡ ਸੈਂਸ ਇਜ਼ ਡਿਫਰੈਂਟ, ਹੈ ਨਾ। ਜਿਹੜਾ ਰੋਡ ਸੈਂਸ ਕਿੱਦਾਂ ਗੱਡੀਆਂ ਚੱਲਦੀਆਂ, ਜਿਵੇਂ ਤੁਹਾਡਾ ਰੋਡ ਸੈਂਸ ਬਿਲਡ ਹੋ ਜਾਂਦਾ ਫਿਰ ਤੁਸੀਂ ਉਹ ਸਿਲੇਬਸ ਨੂੰ ਕਵਰ ਕਰਕੇ ਤਾਂ ਤੁਸੀਂ ਟੈਸਟ 'ਤੇ ਚੱਲ ਜਾਂਦੇ ਆ। ਜਿਸ ਵੇਲੇ ਤੁਸੀਂ ਪ੍ਰੈਕਟੀਕਲ ਪਾਸ ਕਰ ਲਿਆ ਤਾਂ ਤੁਹਾਡੇ ਕੋਲ 2 ਹੋਰ ਟੈਸਟ ਆ, CPC ਜਾਂ ਟੈਸਟ, ਕੇਸ ਸਟੱਡੀ ਅਤੇ ਸ਼ੋ ਮੀ ਐਂਡ ਟੈਲ ਮੀ। ਜਿਹੜੀ ਟਰੱਕ ਦੀ ਜਿਹੜੀ ਥਿਊਰੀ ਹੁੰਦੀ ਆ ਉਹ ਸਿਮਿਲਰ ਟੂ ਕਾਰ ਹੁੰਦੀ ਹੈ, ਸੇਮ ਕੁਐਸਚਨ ਰਹਿੰਦੇ ਆ ਜਾਂ ਹੈਜ਼ਰਡ ਪ੍ਰੈਪਰੇਸ਼ਨ ਸੇਮ ਹੀ ਰਹਿੰਦੇ ਆ, ਪਾਸ ਮਾਰਕਸ ਕਿੰਨੇ ਹੁੰਦੇ ਆ, ਕਿੰਨੇ ਕੁਐਸਚਨਸ ਹੁੰਦੇ ਆ ਇਹਦੇ? ਓਕੇ, ਜਿਹੜੇ ਟੈਸਟ ਉਹ ਸਿਮਿਲਰ, ਪਰ ਜਿਹੜੇ ਥਿਊਰੀ ਅਤੇ ਹੈਜ਼ਰਡ ਪਰਸੈਪਸ਼ਨ ਉਹ ਥੋੜ੍ਹੀ ਮੋਰ ਡੀਟੇਲ ਜਾਂਦੇ ਆ। ਜਿੱਥੇ 50 ਕੁਐਸਚਨ ਸੀ ਕਾਰ ਦੇ, ਹੁਣ ਉਹ 100 ਆ। ਠੀਕ ਹੈ, ਉਹਦੇ ਪਾਸ ਮਾਰਕ 85 ਹੈ ਅਤੇ ਹੈਜ਼ਰਡ ਪਰਸੈਪਸ਼ਨ ਦੇ ਦੀ ਕਲਿੱਪਾਂ ਥੋੜ੍ਹੀ ਜ਼ਿਆਦਾ ਆ। ਓਕੇ, ਸੋ ਥੋੜ੍ਹਾ ਟੈਕਨੀਕਲ ਵੀ ਹੈਗਾ, ਬਹੁਤ ਬੰਦਿਆਂ ਨੂੰ ਥੋੜ੍ਹੀ ਡਿਫਿਕਲਟੀ ਆਉਂਦੀ ਆ, ਪਰ ਇਸ ਮੈਂ ਇਹ ਨਹੀਂ ਕਹਿੰਦਾ ਇਹ ਹਾਰਡ ਆ, ਪਰ ਤੁਹਾਡੀ ਕਮਿਟਮੈਂਟ ਚਾਹੀਦੀ ਆ ਟੂ ਪਾਸ ਇਟ। ਥਿਊਰੀ ਪਾਸ ਕਰਨ ਤੋਂ ਬਾਅਦ ਕਿੱਦਾਂ ਤੁਸੀਂ ਉਸ ਚੀਜ਼ ਨੂੰ ਦੇਖਦੇ ਵੀ ਪ੍ਰੈਕਟੀਕਲ ਤੇ ਜੇ ਤੁਹਾਡੇ ਲਈ ਕੋਈ ਆਉਂਦਾ? ਓਕੇ, ਜਦੋਂ ਤੁਸੀਂ ਥਿਊਰੀ ਪਾਸ ਕਰਦੇ ਇੱਕ ਚੀਜ਼ ਖਿਆਲ ਰੱਖਣਾ ਜੀ, ਹਾਂਜੀ, ਜਿਹੜੀ ਕਾਰ ਦੀ ਥਿਊਰੀ ਤੇ ਹੈਜ਼ ਪਰਸੈਪਸ਼ਨ ਉਹ ਇੱਕ ਟੈਸਟ ਆ। ਜਿਹੜੀ ਟਰੱਕ ਦੀ ਥਿਊਰੀ ਟੈਸਟ ਆ ਉਹ ਥਿਊਰੀ ਟੈਸਟ ਅਲੱਗ ਆ ਤੇ ਹੈਜ਼ ਪਰਸੈਪਸ਼ਨ ਅਲੱਗ ਆ, ਇਹ ਖਿਆਲ ਰੱਖਣਾ। ਉਹ ਸੇਮ ਨਹੀਂ। ਜਦੋਂ ਤੁਸੀਂ ਬੁਕਿੰਗ ਕਰਨੀ ਆ, ਮੇਕ ਸ਼ੋਰ ਯੂ ਬੁੱਕ ਥਿਊਰੀ ਫॉर द ट्रक और द बस, and then you book the hazard perception. So basically two separate ਹੋ ਜਾਣਗੇ ਟੈਸਟ, separate ਟੈਸਟ ਆ। ਓਕੇ, ਸੋ ਉਹ ਕਾਰ ਦੀ ਤਰ੍ਹਾਂ ਵੀ ਸਟ੍ਰੇਟ ਵਿੱਚ ਤੁਹਾਨੂੰ ਸਰਟੀਫਿਕੇਟ ਮਿਲ ਜਾਣਾ ਉਸ ਦਾ? ਹਾਂਜੀ, ਐਗਜ਼ੈਕਟਲੀ ਸੇਮ ਸਿਨਾਰੀਓ ਕਿ ਜੇ ਤੁਸੀਂ ਥਿਊਰੀ ਪਾਸ ਕੀਤੀ ਆ, ਉਹਨੀ ਸਰਟੀਫਿਕੇਟ ਦਾ ਥਿਊਰੀ ਦਾ ਦੇਣਾ, ਲੈਟਰ ਦੇਣਾ। ਜੇ ਤੁਸੀਂ ਹੈਜ਼ਰਡ ਪਾਸ ਕਰਤੀ ਫਿਰ ਉਹ ਤੁਹਾਨੂੰ ਐਕਚੁਅਲ ਸਰਟੀਫਿਕੇਟ ਭੇਜ ਦਿੰਦੇ ਆ। ਬਟ ਜਨਰਲੀ ਸਪੀਕਿੰਗ ਅੱਜ ਕੱਲ੍ਹ ਜਿਹੜੇ ਸਰਟੀਫਿਕੇਟ ਉਹਨਾਂ ਦੀ ਕੋਈ ਇੰਨੀ ਖਾਸ ਨਹੀਂ ਇੰਪੋਰਟੈਂਸ, ਉਹ ਜਿਹੜੇ ਨੰਬਰ ਹੁੰਦੇ ਆ ਉਹਨਾਂ ਦਾ ਸਾਨੂੰ ਪਤਾ ਲੱਗ ਜਾਂਦਾ ਕਿ ਹਾਂ ਵੀ ਇਸ ਬੰਦੇ ਨੇ ਪਾਸ ਕੀਤਾ ਜਾਂ ਨਹੀਂ ਕੀਤਾ। ਜਦੋਂ ਅਸੀਂ ਤੁਹਾਡਾ ਪ੍ਰੈਕਟੀਕਲ ਟੈਸਟ ਬੁੱਕ ਕਰਨਾ, ਅਸੀਂ ਕਹਿਣਾ ਉਹ ਕੰਪਿਊਟਰ ਇੱਕਦਮ ਪਿਕਅਪ ਕਰ ਲੈਣਾ ਕਿ ਹੈਜ਼ ਹੀ ਪਾਸਡ ਹਿਸ ਥਿਊਰੀ ਉਹ ਹੈਜ਼ ਪਰਸੈਪਸ਼ਨ। ਓਕੇ, ਸੋ ਕਾਰ ਦੀ ਥਿਊਰੀ ਟੈਸਟ ਟਰੱਕ ਦੀ ਥਿਊਰੀ ਟੈਸਟ ਪਾਸ ਕਰਨ ਤੋਂ ਬਾਅਦ ਜਦੋਂ ਹੁਣ ਜਿੱਦਾਂ ਤੁਸੀਂ ਦੱਸਿਆ ਵੀ ਮੈਨੂਅਲ ਕਾਰ ਕਰੋ, ਮੋਸਟਲੀ ਅਸੀਂ ਸੁਜੈਸਟ ਕਰਦੇ ਹਾਂ। ਟਰੱਕ ਦੇ ਵਿੱਚ ਵੀ ਹੈ ਵੀ ਤੁਸੀਂ ਮੈਨੂਅਲ ਕਰੋ ਪਾਸ? ਨਹੀਂ, ਜਨਰਲੀ ਸਪੀਕਿੰਗ ਨਾਓ ਕਿ ਜਿਹੜੇ ਸਾਰੇ ਟਰੱਕ ਆ, ਹਾਂਜੀ, ਇਨ ਦ ਡਰਾਈਵਿੰਗ ਸਕੂਲਸ ਜਾਂ ਬੜੇ ਡਰਾਈਵਿੰਗ ਸਕੂਲਸ, ਉਹ ਹੈਗੇ ਆ ਆਟੋਮੈਟਿਕ। ਓਕੇ, ਤੁਹਾਡੇ ਕੋਲ ਮੈਨੂਅਲ ਕਾਰ ਲਾਇਸੈਂਸ ਹੈਗਾ, ਆਟੋਮੈਟਿਕ ਟਰੱਕ ਤੇ ਪਾਸ ਕਰਦੇ ਤੁਹਾਨੂੰ ਮੈਨੂਅਲ ਟਰੱਕ ਦਾ ਮਿਲ ਜਾਣਾ। ਦ ਰੂਲ ਇਹ ਹੋ ਗਿਆ ਟਰੱਕਾਂ 'ਚ, ਬੱਸਾਂ 'ਚ, ਜਨਰਲੀ ਸਪੀਕਿੰਗ ਜਿਹੜੇ ਮੈਨੂਫੈਕਚਰ ਗੱਡੀ ਤੁਹਾਨੂੰ ਐਕਚੁਅਲੀ ਤੁਸੀਂ ਕੋਈ ਫਰਮ ਜਾਂ ਕੋਈ ਗੱਡੀ ਲੈਂਦਾ, ਉਹ ਬਾਈ ਡਿਫਾਲਟ ਉਹ ਬਾਈ ਆਟੋਮੈਟਿਕ ਤੁਹਾਨੂੰ ਆਟੋਮੈਟਿਕ ਵਹੀਕਲ ਦਊਗਾ। ਓਕੇ, ਤੁਹਾਨੂੰ ਰਿਕੁਐਸਟ ਕਰਨੀ ਪੈਂਦੀ ਆ ਕਿ ਜੇ ਤੁਹਾਨੂੰ ਮੈਨੂਅਲ ਵਹੀਕਲ ਚਾਹੀਦਾ। ਇਹ ਜਨਰਲ ਕਿ ਹੁਣ ਜਿਹੜੀਆਂ ਮੈਜੋਰਟੀ ਦੀਆਂ ਗੱਡੀਆਂ ਆਉਂਦੀਆਂ ਬ੍ਰੈਂਡ ਨਿਊ ਉਹ ਆਟੋਮੈਟਿਕ 'ਚ ਹੀ ਆਉਂਦੀਆਂ। ਤੁਹਾਨੂੰ ਸਪੈਸ਼ਲ ਰਿਕੁਐਸਟ ਕਰਨੀ ਕਿ ਤੁਹਾਨੂੰ ਮੈਨੂਅਲ ਚਾਹੀਦੇ ਹੋਵੇ। ਓਕੇ, ਕਿੰਨੇ ਲੈਸਨ ਜਿਹੜੇ ਟਰੱਕ ਦੇ ਆਪਾਂ ਨੂੰ ਪਾਸ ਕਰਨ ਲਈ ਚਾਹੀਦੇ? ਜੇ ਬੇਸਿਕਲੀ ਕੋਈ ਕਾਰ ਚਲਾ ਰਿਹਾ, ਕਾਫੀ ਲੰਬੇ ਸਮੇਂ ਤੋਂ ਕਾਰ ਚਲਾ ਰਿਹਾ, ਜੇ ਉਹਦਾ ਟਰੱਕ ਤੇ ਆਉਂਦਾ, ਰੋਡ ਦਾ ਐਕਸਪੀਰੀਅੰਸ ਹੈ, ਪਰ ਓਬਵੀਅਸਲੀ ਟਰੱਕ ਇਜ਼ ਅ ਬਿਗ ਵਹੀਕਲ। ਤੁਹਾਨੂੰ ਗੱਡੀ ਹੁਣ ਆਲਰੇਡੀ ਤੁਹਾਡਾ ਰੋਡ ਸੈਂਸ ਇੱਕ ਬਿਲਡ ਅਪ ਹੋ ਗਿਆ, ਤੁਹਾਨੂੰ ਗੱਡੀ ਆਉਂਦੀ ਆ। ਇਟਸ ਜਸਟ ਮੈਟਰ ਆਫ ਬਿਲਡਿੰਗ ਅਪ ਟੂ ਵਾਟ ਵੀ ਨੀਡ ਟੂ ਡੂ ਔਨ ਦ ਟਰੱਕ। ਟਰੱਕ ਥੋੜ੍ਹਾ ਈਜ਼ੀ ਆ, ਕਿਉਂ ਟਰੱਕ ਜਾਂ ਬੱਸ ਈਜ਼ੀ ਆ ਕਿਉਂਕਿ ਉਹਦੇ ਵਿੱਚ ਹੈ ਇਨਵੋਲਵਮੈਂਟ ਹੈਗੀ ਸਿਲੇਬਸ ਬੇਸ। ਸਿਲੇਬਸ ਬੇਸ ਦਾ ਮਤਲਬ ਹੁੰਦਾ ਕਿ ਹਾਂ ਵੀ ਕੀ ਗਵਰਨਮੈਂਟ ਨੇ ਲਿਖਿਆ ਕੀ ਸਿੱਖਣਾ ਬਿਫੋਰ ਅਪੀਅਰਿੰਗ ਫॉर द ਟੈਸਟ। ਉਹ ਸਿਲੇਬਸ ਤੇ ਟ੍ਰਿਕੀ ਪਾਰਟਸ ਆਫ ਦ ਟੈਸਟ ਰੂਟ ਉਹ ਅਸੀਂ ਕਵਰ ਕਰਦੇ ਹਾਂ। ਸਿਲੇਬਸ ਅਸੀਂ ਤੁਹਾਨੂੰ ਸਿਖਾ ਦਿੰਦੇ ਹਾਂ, ਅਗਰ ਉਹਨੇ ਤੁਹਾਨੂੰ ਪੁੱਛਣਾ ਆ, ਉਹ ਜਿਹੜਾ ਸਿਲੇਬਸ ਕਵਰ ਆ ਉਹ ਅਪਰੋਕਸੀਮੇਟਲੀ 10 ਘੰਟੇ ਲੱਗਦਾ ਕਰਨ ਨੂੰ, ਅਤੇ ਜਿਹੜਾ ਟ੍ਰਿਕੀ ਪਾਰਟ ਟੈਸਟ ਉਹ ਵਿੱਚ 10 ਘੰਟੇ ਦੇ ਵਿੱਚ ਆ ਜਾਂਦਾ। ਅਸੀਂ ਸਾਰੇ ਟੈਸਟ ਰੂਟਸ ਨਹੀਂ ਉਹਦੇ ਵਿੱਚ ਕੀ ਕਹਿੰਦੇ ਹੁੰਦੇ ਆ ਕਰ ਸਕਦੇ, ਕਿਉਂਕਿ ਜੇ ਸਾਰੇ ਟੈਸਟ ਰੂਟ ਫਿਰ ਤੁਹਾਨੂੰ 20 ਘੰਟੇ ਚਾਹੀਦੇ ਆ, ਪਰ ਅਸੀਂ ਤੁਹਾਨੂੰ ਜਿਹੜੇ ਟ੍ਰਿਕੀ ਵਨਸ ਆ ਕਿ ਇੱਥੋਂ ਗੱਡੀ ਇੱਦਾਂ ਜਾਣੀ, ਇਹ ਉਹ ਇੱਥੇ ਕਰਵ ਟੱਚ ਹੋਣੀ ਆ, ਤੁਸੀਂ ਇੱਦਾਂ ਥੋੜ੍ਹਾ ਖਿਆਲ ਰੱਖਣਾ, ਇੱਥੋਂ ਇੱਦਾਂ ਰਿਵਰਸਿੰਗ ਹੋਣੀ ਆ, ਉਹ ਅਸੀਂ ਤੁਹਾਨੂੰ ਸਿਖਾ ਦੇਣਾ ਅਤੇ ਤੁਹਾਨੂੰ ਟੈਸਟ 'ਤੇ ਭੇਜ ਦੇਣਾ। ਜੇ C+E ਦੀ ਗੱਲ ਕਰੀਏ, ਹਾਂਜੀ, ਕੀ ਡਿਫਰੈਂਸ ਆ ਜੀ?
Okay, category C ਹੈਗਾ a lorry between 3.5 tons to 32 tons. Okay. ਜਿਹੜਾ ਇਹਨੂੰ ਕਹਿੰਦੇ ਆ category C, ਜਿਹੜੇ plus E ਤੁਸੀਂ ਲਾਣੇ ਆ, ਇਹ ਤੁਸੀਂ ਕਹਿੰਦੇ ਕਿ ਹਾਂ ਵੀ ਇਹ ਟ੍ਰੇਲਰ ਤੁਸੀਂ ਵਿੱਚ ਪਿਛਲੇ ਜੋੜ ਦਿੱਤਾ above 750 kgs. Okay. ਜੇ ਫਿਰ ਤੁਹਾਨੂੰ C+E ਲਾਇਸੈਂਸ, ਇਹ ਹੈਗਾ ਲਾਇਸੈਂਸ C+E ਕਵਰ ਕਰਦਾ ਡਰੋਬਾਰ ਤੇ ਆਰਟੀਕੂਲੇਟਡ. Okay. ਜਿਹੜੇ ਡਰੋਬਾਰ ਆ ਉਹ ਹੈਗਾ ਕਿ ਇੱਕ ਬੜਾ ਯੂਨਿਟ ਆ, ਟਰੱਕ ਹੈ ਐਕਸਲ, ਤੇ ਉਹਦੇ ਪਿੱਛੇ ਇੱਕ ਬਾਕਸ ਦਾ ਟ੍ਰੇਲਰ ਆ. ਜਿਹੜਾ ਆਰਟੀਕੂਲੇਟਡ ਆ ਉਹਦੇ ਵਿੱਚ ਮੁਰੇ ਹੈਗਾ ਟਰੈਕਟਰ ਜਾਂ ਕੀ ਕਹਿੰਦੇ ਹੁੰਦੇ ਆ ਘੋੜਾ, ਤੇ ਪਿੱਛੇ ਹੁੰਦਾ ਟ੍ਰੇਲਰ ਖਿੱਚਣ. ਤੇ ਸੋ ਇਹ ਦੋ, ਪਰ ਉਹ C+E ਚ ਹੀ ਹੁੰਦੇ ਆ ਦੋਹੀ ਜਣੇ, ਦੋਹੀ ਲਾਇਸੈਂਸ ਆ. ਸੋ ਐਂਡ ਜਨਰਲੀ ਜਿਹੜੇ ਬੜੇ ਡਰਾਈਵਿੰਗ ਸਕੂਲ ਉਹ C+E ਡਰੋਬਾਰ ਯੂਨਿਟ ਰੱਖਦੇ ਆ, ਕਿਉਂਕਿ ਜਿਹੜੇ ਗੱਡੀ ਟ੍ਰੇਲਰ ਨਹੀਂ ਪੁੱਲ ਕਰਦੇ ਉਹ ਜਿਹੜੀ ਗੱਡੀ ਅਸੀਂ C ਤੇ ਬੰਦੇ ਨੂੰ ਟ੍ਰੇਨ ਕਰ ਸਕਦੇ ਹਾਂ. ਓਕੇ. ਸੋ ਟਰੱਕ ਦਾ ਲਾਇਸੈਂਸ ਮਿਲਣ ਤੋਂ ਬਾਅਦ ਕੀ ਮੈਂ ਸਟਰੀਟ ਵੇ ਟਰੱਕ ਚਲਾ ਸਕਦਾ? ਨਹੀਂ. ਤੁਸੀਂ ਟਰੱਕ ਦਾ ਲਾਇਸੈਂਸ ਜਿਹੜੇ ਤੁਸੀਂ ਪਾਸ ਕਰ ਲਿਆ ਜਾਂ ਪ੍ਰੈਕਟੀਕਲ, ਤੁਹਾਡੇ ਕੋਲ 5 ਟੈਸਟ ਆ. ਇੱਕ ਹੈਗਾ ਪਹਿਲਾਂ ਤੁਹਾਡੇ ਕੋਲ, ਲੈਟਸ ਗੋ ਥਰੂ ਦ ਸਿਚੁਏਸ਼ਨ. ਪਹਿਲਾਂ ਤੁਸੀਂ ਮੈਡੀਕਲ ਤੇ ਐਪਲੀਕੇਸ਼ਨ ਕਰਨਾ, ਆ ਗਿਆ ਮੁੜ ਕੇ ਫਿਰ ਥਿਊਰੀ ਤੇ ਹੈਜ਼ ਪਰਸੈਪਸ਼ਨ. ਜਿਹੜੇ ਤੁਸੀਂ ਥਿਊਰੀ ਤੇ ਹੈਜ਼ ਪਰਸੈਪਸ਼ਨ ਕਰ ਲਿਆ ਹੈ, ਫਿਰ ਤੁਹਾਡੇ ਕੋਲ ਦੋ ਚੋਇਸਿਸ ਆ, ਜਾਂ ਤਾਂ ਤੁਸੀਂ ਪ੍ਰੈਕਟੀਕਲ ਕਰ ਲਓ ਜਾਂ ਤੁਸੀਂ ਆਪਣੇ ਜਿਹੜਾ CPC ਕੇਸ ਸਟੱਡੀ ਕਰ ਲਓ. ਜਿਹੜਾ ਤੁਹਾਡਾ CPC ਕੇਸ ਸਟੱਡੀ ਆ, ਅਸੀਂ ਰეკਮੈਂਡ ਕਰਦੇ ਆ ਜਿਹੜੇ ਤੁਸੀਂ ਥਿਊਰੀ ਕਰਦੇ ਆ, ਕਿਉਂਕਿ ਜਿਹੜੀ ਥਿਊਰੀ ਦੀ ਨੌਲੇਜ ਆ ਉਹ ਓਵਰਲੈਪ ਜਾਂ ਨੀਅਰਲੀ ਸੇਮ ਹੈਗੀ ਆ ਸਮ ਪਾਰਟਸ ਫॉर ਕੇਸ ਸਟੱਡੀ. ਉਹਨੂੰ ਸੇਮ ਟਾਈਮ ਬੁੱਕ ਕਰਕੇ ਟਰਾਈ ਕਰ ਲਓ. ਜੇ ਪਾਸ ਨਹੀਂ ਹੁੰਦੇ ਨੋ ਪ੍ਰੋਬਲਮ ਪਰ ਤੁਹਾਡੀ ਜਿਹੜੀ ਉਹ ਨੌਲੇਜ ਉਹ ਕਵਰ ਹੋ ਜਾਂਦੀ ਆ. ਫਿਰ ਤੁਸੀਂ ਪ੍ਰੈਕਟਿਕਲ ਵੀ ਕਰ ਸਕਦੇ ਆ. ਜਦੋਂ ਤੁਸੀਂ ਪ੍ਰੈਕਟਿਕਲ ਪਾਸ ਕਰ ਲਿਆ, ਜੇ ਤੁਸੀਂ ਕੇਸ ਸਟੱਡੀ ਪਾਸ ਕਰ ਲਿਆ, ਫਿਰ ਤੁਹਾਨੂੰ ਆਉਂਦਾ 5ਵਾਂ ਟੈਸਟ, ਸ਼ੋ ਮੀ ਐਂਡ ਟੈਲ ਮੀ. ਉਹ ਵੈਰੀ ਸਿੰਪਲ ਟੈਸਟ ਹੈ ਕਿ ਹਾਂ ਵੀ ਉਹ ਜਿਹੜੇ ਇੰਸਟ੍ਰਕਟਰ ਉਹ ਤੁਹਾਨੂੰ ਦੱਸਦੇ ਕਿ ਆਹ ਚੀਜ਼ਾਂ ਪੁੱਛਣੀਆਂ, ਟਰੱਕ ਨੇ ਜਾ ਕੇ ਟੈਸਟ ਸੈਂਟਰ 'ਤੇ ਖੜ੍ਹੇ ਹੋਣਾ, ਅਸੀਂ ਤੁਹਾਨੂੰ ਟ੍ਰੇਨਿੰਗ ਦੇਣੀ ਕਿ ਆਹ ਕੁਐਸਚਨ ਨਹੀਂ ਪੁੱਛਣੇ, ਅਤੇ ਤੁਸੀਂ ਐਗਜ਼ਾਮ ਦੱਸਣਾ ਕਿ ਹਾਂ ਆਹ ਆਨਸਰ ਹੈ ਇਸ ਕੁਐਸਚਨ ਵਾਲੀ. ਤੇ ਬੱਸ ਦੇ ਵਿੱਚ ਵੀ ਸੇਮ ਹੀ ਰਹੇਗਾ? ਸੇਮ ਫॉर द ਬੱਸ. ਜਿਹੜੀ ਕੈਟੇਗਰੀ D ਆ, D1, ਉਹ ਸੇਮ ਟੈਸਟ ਚੱਲੂਗਾ, ਸੇਮ ਪ੍ਰੋਵੀਜ਼ਨਲ ਫਰਸਟ, ਥਿਊਰੀ ਐਂਡ ਹੈਜ਼ ਪਰਸੈਪਸ਼ਨ, ਫਿਰ ਜਾਂ ਪ੍ਰੈਕਟੀਕਲ ਤੁਸੀਂ ਕਰ ਸਕਦੇ. ਨਾਲ ਹੀ ਤੁਸੀਂ CPC ਉਹਦਾ ਸ਼ੋ ਮੀ CPC ਕੇਸ ਸਟੱਡੀ ਕਰ ਸਕਦੇ ਆ, ਕਰਕੇ ਤੇ ਤੁਸੀਂ ਸ਼ੋ ਮੀ ਐਂਡ ਟੈਲ ਮੀ ਕਰ ਸਕਦੇ ਜਾਂ ਪ੍ਰੈਕਟੀਕਲ. 5 ਟੈਸਟ ਆ. ਓਕੇ. ਟੈਸਟ ਤੋਂ ਬਾਅਦ ਵੀ ਕੋਈ ਐਕਸਟਰਾ ਉਹਦੀ ਰਿਕੁਆਇਰਮੈਂਟ ਹੈ, ਕੋਈ ਟ੍ਰੇਨਿੰਗ ਟਰੱਕ ਦੇ ਲਈ? ਓਕੇ. ਜਿਹੜੇ ਟੈਸਟ ਤੋਂ ਬਾਅਦ ਆ ਅੱਜ ਕੱਲ੍ਹ ਉਹਨੇ ਨਵੇਂ ਟੈਸਟ ਇੰਟਰੋਡਿਊਸ ਕਰ ਦਿੱਤੇ, ਜਿੱਦਾਂ ਟਿੱਪਰ ਦੇ ਆ ਨਿਊ ਖੋਸੇ, ਜਿਸ ਤੁਸੀਂ ਟਿੱਪਰ ਚਲਾਉਣ ਜਾਣਾ ਜਾਂ ਕੁਝ ਹੋਰ ਚਲਾਉਣ ਜਾਣਾ, ਉਹ ਚਾਹੁੰਦੇ ਕਿ ਥੋੜ੍ਹੀ ਜਿਹੀ ਹੋਰ ਕੁਆਲੀਫਿਕੇਸ਼ਨ ਜਿਹੜਾ ਅਸੀਂ ਨਹੀਂ ਕਵਰ ਕਰਦੇ ਆ. ਪਰ ਸਾਨੂੰ ਮੁੜ ਕੇ ਟੈਲੀਫੋਨ ਆਉਣ ਲੱਗ ਪੈਂਦੇ ਕਿ ਹਾਂ ਵੀ ਜੀ ਉਹ ਆਹ ਮੰਗਦੇ ਆ, ਪਰ ਉਹ ਜਿਹੜੇ ਕੰਪਨੀਆਂ ਉਹ ਆਪ ਹੀ ਕਰਾਉਂਦੀਆਂ ਹੁੰਦੀਆਂ ਕਿ ਹਾਂ ਵੀ ਤੁਹਾਨੂੰ ਆਹ ਕੁਆਲੀਫਿਕੇਸ਼ਨ ਚਾਹੀਦਾ. ਪਰ ਜਿਹੜਾ ਮੇਨ DSA ਦਾ ਗਵਰਨਮੈਂਟ ਬੋਡੀ ਆ, ਉਹ ਕਹਿੰਦੇ ਕਿ ਆਹ 2 ਟੈਸਟ ਆ, ਆਹ 5 ਟੈਸਟ ਟੂ ਗੈਟ ਯੂਰ ਲਾਇਸੈਂਸ. ਫਰਮ ਦੇਅਰ for any additional like AD hazardous chemicals ਦਾ ਉਹ ਸੈਪਰੇਟ ਲਾਇਸੈਂਸ ਹੋ ਜਾਂਦਾ. ਜਿਹੜਾ ਟ੍ਰਿਪਲ ਲਾਇਸੈਂਸ ਉਹ ਥੋੜ੍ਹੇ ਹੋਰ ਲਾਇਸੈਂਸ ਹੋ ਜਾਂਦੇ ਆ ਕੁਆਲੀਫਿਕੇਸ਼ਨ. ਪਰ ਜਨਰਲੀ ਸਪੀਕਿੰਗ ਜਿਹੜੇ ਤੁਸੀਂ ਆਪਣਾ C+E ਗਵਰਨਮੈਂਟ ਦਾ ਪਾਸ ਕਰਦੇ ਉਹ ਤੁਹਾਨੂੰ ਐਵਰੀ ਦਿੰਦਾ ਸਾਰੀਆਂ ਜੋਬਾਂ ਲਈ. ਅਤੇ ਬਾਕੀ ਜਿਹੜੀਆਂ ਕੰਪਨੀਆਂ ਆ ਉਹ ਤੁਹਾਨੂੰ ਦਿੰਦੀਆਂ ਕਿ ਹਾਂ ਵੀ ਤੁਹਾਨੂੰ ਆਹ ਸਾਡਾ ਹੈਲਥ ਐਂਡ ਸੇਫਟੀ ਲਈ ਆਹ ਕੋਰਸ ਚਾਹੀਦੇ. ਅੱਛਾ, ਇੱਕ ਤੁਸੀਂ ਗੱਲ ਕੀਤੀ CPC ਕੋਰਸ ਦੀ. ਹੁਣ ਕਈ ਜਿਨ੍ਹਾਂ ਦੇ ਕੋਲੇ ਪੁਰਾਣੇ ਲਾਇਸੈਂਸ ਹੈਗੇ ਆ, CPC ਨਹੀਂ ਕੀਤਾ ਹੋਇਆ, ਜਾਂ ਓਵਰਸੀਜ਼ ਤੋਂ ਆਉਂਦੇ ਆ, ਯੂਰਪ ਤੋਂ ਆਉਂਦੇ ਆ, ਉਹਨਾਂ ਕੋਲੇ ਲਾਇਸੈਂਸ ਹੈ, ਉਹਨਾਂ ਨੇ CPC ਨਹੀਂ ਕੀਤਾ, ਉਹਨਾਂ ਨੂੰ ਵੀ ਰਿਕੁਆਇਰਮੈਂਟ ਹੈ CPC ਦੀ? ਓਕੇ. ਜਿਹੜਾ CPC ਰੂਲ ਆ ਇਹ ਥੋੜ੍ਹਾ ਕਾਫੀ ਕੀ ਕਹਿੰਦੇ ਹੁੰਦੇ ਆ ਕੰਪਲੀਕੇਟਡ ਆ ਕਿ ਕਿਹਨੂੰ ਚਾਹੀਦਾ ਕਿਹਨੂੰ ਨਹੀਂ ਚਾਹੀਦਾ. CPC ਕੋਰਸ ਉਹਨੇ ਇੰਟਰੋਡਿਊਸ ਕੀਤਾ ਸੀ 2009 ਚ, 2008 ਤੇ 2009 ਚ. ਜਿਹੜੇ ਬੰਦੇ ਨੇ ਕਾਰ ਦਾ ਲਾਇਸੈਂਸ 97 ਜੂਨ ਤੋਂ ਪਹਿਲਾਂ ਪਾਸ ਕੀਤਾ ਆ, ਉਹਨਾਂ ਨੂੰ ਬਾਈ ਗ੍ਰੈਂਡਫਾਦਰ ਰਾਈਟਸ ਉਹ C1 ਲਾਇਸੈਂਸ ਦਿੰਦੇ, ਜਿਹੜਾ ਟਰੱਕ ਬਿਟਵੀਨ 3.5 ਟਨਸ ਐਂਡ 7.5 ਟਨਸ ਆ. ਜੇ ਉਹਨਾਂ ਨੂੰ CPC ਚਾਹੀਦਾ ਆ, ਉਹ 2 ਤਰ੍ਹਾਂ ਤੁਹਾਨੂੰ ਮਿਲ ਸਕਦਾ. ਇੱਕ ਤਾਂ 35 ਆਵਰਸ ਘੰਟੇ ਜਿਹੜੇ ਆ ਬੇਸ ਆ, ਅਟੈਂਡੈਂਸ ਕੋਰਸ ਹੀ ਆ ਬਸ. ਤੁਸੀਂ ਬੈਠਣਾ 35 ਘੰਟੇ ਦੇ 7 ਘੰਟੇ ਐਵਰੀ ਡੇ ਕਲਾਸਰੂਮ 'ਚ,
ਤੇ ਇੰਸਟ੍ਰਕਟਰ ਦੀ ਗੱਲ ਸੁਣਨੀ ਹੈ ਬਸ। there's no test at the end ਕਿਉਂਕਿ ਟੈਸਟ ਨਹੀਂ ਹੁੰਦੇ। ਜੇ ਤੁਸੀਂ ਦੂਸਰੀ ਤਰ੍ਹਾਂ ਤੁਸੀਂ ਕੇਸ ਸਟੱਡੀ ਪਾਸ ਕਰ ਸਕਦੇ ਤੇ ਸ਼ੋ ਮੀ ਟੈਲ ਮੀ ਕਰ ਸਕਦੇ ਤਾਂ ਵੀ ਤੁਹਾਨੂੰ CPC ਮਿਲ ਜਾਣਾ। ਇਸ ਤਰ੍ਹਾਂ ਜਿਹੜੇ ਬੰਦਿਆਂ ਨੇ ਟਰੱਕ ਦਾ ਟੈਸਟ ਜਾਂ ਟਰੱਕ ਦਾ ਟੈਸਟ 2008 ਤੋਂ ਪਹਿਲਾਂ ਪਾਸ ਕੀਤਾ ਆ, ਉਹ ਵੀ 35 ਘੰਟੇ ਕਰ ਸਕਦੇ ਆ ਜਾਂ ਕੇਸ ਸਟੱਡੀ ਤੇ ਸ਼ੋ ਮੀ ਟੈਲ ਮੀ ਟੈਸਟ। ਯਾ ਜਿਹੜਾ ਬੰਦੇ ਬੱਸ ਦਾ 2009 ਤੋਂ ਪਹਿਲਾਂ ਪਾਸ ਕੀਤਾ ਸੇਮ ਦੋ ਤਰ੍ਹਾਂ ਤੁਸੀਂ ਕਰ ਸਕਦੇ, ਜਾਂ ਤੁਸੀਂ 35 ਆਵਰਸ ਅਟੈਂਡੈਂਸ ਕੋਰਸ ਕਰ ਸਕਦੇ, ਜਾਂ ਤੁਸੀਂ ਕੀ ਕਹਿੰਦੇ ਹੁੰਦੇ ਆ ਕੇਸ ਸਟੱਡੀ ਤੇ ਦੂਸਰਾ ਸ਼ੋ ਮੀ ਟੈਲ ਮੀ ਟੈਸਟ ਕਰ ਸਕਦੇ। ਜਿਸ ਬੰਦਿਆਂ ਨੇ ਇਹ ਟੈਸਟ ਬਾਅਦ 2008 ਤੋਂ 2000 ਬਾਅਦ ਕਰਦੇ, ਉਹ ਇੱਕੋ ਤਰ੍ਹਾਂ CPC ਲੈ ਸਕਦੇ ਆ। ਉਹ ਹੈਗੇ ਆ ਕਿ ਤੁਸੀਂ ਕੇਸ ਸਟੱਡੀ ਕਰਨਾ ਤੇ ਸ਼ੋ ਮੀ ਟੈਲ ਮੀ ਕਰਨਾ। ਓਕੇ ਸੋ CPC ਹੁਣ ਜਿਹੜਾ CPC ਆ ਇਹ ਕਾਫੀ ਕੀ ਕਹਿੰਦੇ ਕੰਪਲਿਕੇਟਡ ਜਿਹਾ ਲਾਇਸੈਂਸ ਆ। ਕਿਸ ਬੰਦੇ ਨੂੰ ਚਾਹੀਦਾ, ਕਿਸ ਬੰਦੇ ਨੂੰ ਨਹੀਂ ਚਾਹੀਦਾ। ਹੁਣ ਸਪੋਜ਼ ਤੁਸੀਂ ਮਕੈਨਿਕ ਆ ਤੇ ਤੁਸੀਂ ਗੱਡੀਆਂ ਠੀਕ ਕਰਦੇ ਕਿ ਤੁਸੀਂ ਟੈਸਟ ਡਰਾਈਵ ਕਰਨੀ ਕਿ ਇੱਥੇ ਤੋਂ ਉੱਥੇ ਤਾਈਆਂ, ਤੇ ਇਹ ਟੈਸਟ ਡਰਾਈਵ ਜਾਂ ਇੰਸਟ੍ਰਕਟਰਸ ਜਦੋਂ ਅਸੀਂ ਆ ਕਿ ਜਾਂ ਕੋਈ ਹੋਰ ਵੀ ਜਿਹੜੇ ਹੈਗੇ ਐਕਸੈਪਸ਼ਨਲ ਜਿਹਨਾਂ ਨੂੰ CPC ਨਹੀਂ ਚਾਹੀਦਾ। ਪਰ ਜੇ ਤੁਸੀਂ CPC ਗੱਡੀ ਚਲਾਉਣ ਫॉर ਲਿਵਿੰਗ ਕਿ ਜਿੱਦਾਂ ਸਕਿਪ ਲੋਰੀਆਂ ਹੋਵੇ ਜਾਂ ਦੂਸਰੀਆਂ ਹੋਲੇਜ ਹੋਵੇ ਜਾਂ ਡਿਲੀਵਰੀਆਂ ਕਰਦੇ ਹੋਣ, ਤੁਹਾਨੂੰ CPC ਚਾਹੀਦਾ। ਨਾ ਜਿਹੜਾ ਬੱਸ ਦਾ CPC ਆ, ਭਾਵੇਂ ਤੁਸੀਂ ਲਾਇਸੈਂਸ ਜੂਨ 1997 ਤੋਂ ਕੀਤਾ, ਤੁਹਾਡੇ ਲਾਇਸੈਂਸ ਦੇ D1 ਕੈਟੇਗਰੀ ਹੋਊਗੀ ਜਾਂ D1 ਕੈਟੇਗਰੀ ਹੋਊਗੀ। ਪਰ ਉਹ ਜਿਹੜੀ D1 ਕੈਟੇਗਰੀ ਆ ਉਹ ਤੁਸੀਂ ਗੱਡੀ ਆਪਣੇ ਕੀ ਕਹਿੰਦੇ ਹੁੰਦੇ ਆ ਆਪਣੇ ਪ੍ਰੈਸ਼ਰ ਲਈ ਜਾਂ ਆਪਣੇ ਫਰੈਂਡਾਂ ਲਈ ਤੁਸੀਂ ਵਰਤ ਸਕਦੇ ਹੋ, ਪਰ ਤੁਹਾਨੂੰ CPC by 35 ਆਵਰਸ ਨਹੀਂ ਮਿਲੂਗਾ। ਤੁਹਾਨੂੰ CPC ਬੱਸ ਜਾਂ ਮਿਨੀ ਬੱਸ ਦਾ ਉਸ ਲਈ ਮਿਲੂਗਾ ਜਿਸ ਵੇਲੇ ਤੁਸੀਂ ਇੱਕ ਪ੍ਰੋਵਿਜ਼ਨਲ ਦੀ ਐਪਲੀਕੇਸ਼ਨ ਕਰਕੇ ਇੱਕ ਦੂਸਰਾ ਥਿਊਰੀ ਤੇ ਹੈਜ਼ ਪਰਸੈਪਸ਼ਨ ਪਾਸ ਕਰਕੇ ਤੇ ਫਿਰ ਉਹਦਾ ਪ੍ਰੈਕਟਿਸ ਕਰਕੇ ਫਿਰ ਤੁਹਾਨੂੰ CPC ਜਾਂ ਦੋ ਤਰ੍ਹਾਂ ਮਿਲ ਸਕਦਾ। ਜਾਂ ਤੁਸੀਂ ਅਟੈਂਡੈਂਸ ਕੋਰਸ 35 ਘੰਟੇ ਕਰ ਦਿਓ, ਜਾਂ ਤੁਸੀਂ ਦੂਸਰਾ ਕੇਸ ਸਟੱਡੀ ਜਾਂ ਸ਼ੋ ਮੀ ਟੈਲ ਮੀ ਟੈਸਟ। ਸੋ ਜਿਹੜੇ ਬੱਸਾਂ ਟਰੱਕਾਂ ਦੇ CPC ਉਹ ਤੁਹਾਨੂੰ ਇਹ ਡਿਫਰੈਂਟ ਆ, ਇਹ ਤੁਹਾਨੂੰ ਡਿਫਰੈਂਟ ਚੀਜ਼ਾਂ ਕਰਨੀਆਂ ਪੈਂਦੀਆਂ ਲੈਣ ਲਈ। ਜਿਹੜਾ CPC ਦਾ ਟਾਈਮ ਪੀਰੀਅਡ ਆ, ਉਹ ਜਿੱਥੇ ਤੁਸੀਂ ਇੱਕ ਵਾਰੀ CPC ਕਰ ਲਿਆ ਜਾਂ 35 ਘੰਟੇ ਕਰ ਲਿਆ, ਜਾਂ ਤੁਸੀਂ ਕੇਸ ਸਟੱਡੀ ਸ਼ੋ ਮੀ ਟੈਲ ਕਰ, ਉਹ 5 ਸਾਲਾਂ ਲਈ ਵੈਲਿਡ ਆ। ਜਿਸਦੇ 5 ਸਾਲ ਨਿਕਲ ਗਏ, ਉਹ 5 ਸਾਲਾਂ ਦੇ ਵਿੱਚ ਜਿਹੜੇ ਨੈਕਸਟ 5 ਸਾਲ ਤੁਹਾਨੂੰ ਵਿੱਚ 35 ਘੰਟੇ ਕਰਨੇ ਪੈਣੇ ਆ ਅਟੈਂਡੈਂਸ ਕੋਰਸ। ਉਹਦੇ ਵਿੱਚ ਕੋਈ ਟੈਸਟ ਨਹੀਂ ਹੁੰਦਾ, ਬਸ ਤੁਸੀਂ ਜਾ ਕੇ ਉੱਥੇ ਬੈਠ ਜਾਣਾ ਤੇ ਉੱਥੇ ਉਹਨਾਂ ਨੂੰ ਸੁਣਨਾ ਕਿ ਇਹ ਕੀ ਕਹਿੰਦੇ ਆ। ਓਕੇ, ਜੇ ਆਪਾਂ ਗੱਲ ਕਰੀਏ CPC ਤੋਂ ਇਲਾਵਾ, ਮੈਂ ਹੁਣ ਸਾਰੇ ਟੈਸਟ ਪਾਸ ਕਰ ਲਏ, 5 ਦੇ 5 ਟੈਸਟ ਕਲੀਅਰ ਕਰ ਲਏ, ਮੈਂ ਹੁਣ ਟਰੱਕ ਦੀ ਜੌਬ ਕਰਨੀ, ਕੀ ਮੈਂ ਉਹ ਜੌਬ ਕਰ ਸਕਦਾ ਜਾਂ ਹੱਲੇ ਵੀ ਇਸ ਤੋਂ ਐਡੀਸ਼ਨਲ ਵੀ ਕੋਈ ਕੋਰਸ ਹੈਗਾ ਜਾਂ ਕੋਈ ਚੀਜ਼ ਹੈਗੀ ਮੈਨੂੰ ਲੋੜ ਆ ਉਸ ਦੇ ਲਈ? ਅਗੇਨ ਇਹ ਡਿਪੈਂਡ ਕਰਦਾ ਕਿ ਕਿੱਥੇ ਤੁਸੀਂ ਗੱਡੀ ਚਲਾਉਣੀ ਆ, ਕਿੱਥੇ ਨਹੀਂ ਗੱਡੀ ਚਲਾਉਣੀ ਆ। ਜੇ ਸਪੋਜ਼ ਤੁਸੀਂ 에ਅਰਪੋਰਟ ਦੇ ਅੰਦਰ ਗੱਡੀ ਚਲਾਉਣੀ ਆ, ਤੁਹਾਨੂੰ ਕੋਈ ਹੋਰ ਨਹੀਂ ਹਾਈ ਲਾਇਸੈਂਸ ਚੱਲ ਸਕਦਾ ਅਨਲੈਸ ਇੰਪਲੋਇਰ ਕਹਿੰਦਾ ਕਿ ਤੁਹਾਨੂੰ ਟੈਕੋ ਕਾਰਡ ਚਾਹੀਦਾ। ਜਾਂ ਜਿਹੜੇ ਉਹ ਜੇ ਤੁਸੀਂ ਹੁਣ ਸਪੋਜ਼ ਸਾਡਾ ਬੱਸ ਜਾਂ ਕਰ ਲਈ ਆ ਕਿ ਤੁਸੀਂ ਲੋਕਲ ਬੱਸ ਸਰਵਿਸ ਤੇ ਕਰਦੇ ਆ, ਕਹਿੰਦੇ ਕਿ ਹਾਂ ਵੀ ਉੱਥੇ ਤੁਹਾਨੂੰ ਟੈਕੋ ਕਾਰਡ ਨਹੀਂ ਚਾਹੀਦਾ। ਟੈਕੋ ਕਾਰਡ ਤੁਹਾਨੂੰ ਚਾਹੀਦਾ ਜੇ ਤੁਸੀਂ ਕਿਤੇ ਬਾਹਰ ਗੱਡੀ ਦੂਰ ਚਲਾਉਣੀ ਆ ਜਾਂ ਕਿਤੇ ਫੋਰ ਡਰਾਈਵਿੰਗ ਲਾਈਕ ਸਕਿਪ ਲੋਰੀਜ਼ ਔਰ ਵਾਟਐਵਰ ਨਾ, ਇਹ ਲਈ ਤੁਹਾਨੂੰ ਟੈਕੋ ਕਾਰਡ ਆ। ਜਿਹੜੇ ਤੁਹਾਡੇ ਕੋਲ 3 ਕਾਰਡਸ ਆ ਗਏ, ਤੁਹਾਨੂੰ ਇੱਕ ਹੋਣਾ ਤੁਹਾਡੇ ਕੋਲ ਡਰਾਈਵਰ ਲਾਇਸੈਂਸ ਕਾਰਡ, ਇੱਕ ਹੋਣਾ ਤੁਹਾਡੇ ਕੋਲ CPC ਕਾਰਡ ਤੇ ਇੱਕ ਹੋਣਾ ਤੁਹਾਡੇ ਕੋਲ ਟੈਕੋ ਕਾਰਡ, ਫਿਰ ਤੁਸੀਂ ਜਿੱਥੇ ਵੀ ਮਰਜ਼ੀ ਗੱਡੀ ਚਲਾ ਸਕਦੇ। ਜੇ ਅਸੀਂ ਗੱਲ ਕਰੀਏ ਟੈਕੋ ਕਾਰਡ ਦੀ, ਜੇ ਮੈਂ ਜਾਣਨਾ ਚਾਹਾਂ ਇਹ ਕੀ ਇਹਦਾ ਰੋਲ ਹੈਗਾ ਟੈਕੋ ਕਾਰਡ ਦਾ, ਕੀ ਚੀਜ਼ ਨੂੰ ਕਵਰ ਕਰਦਾ ਹੈ ਟੈਕੋ ਕਾਰਡ? ਟੈਕੋ ਕਾਰਡ ਬੇਸਿਕਲੀ ਮੈਂ ਤੁਹਾਨੂੰ ਇਨ ਟੈਕਨੀਕਲ ਗੱਲ 'ਚ ਨਹੀਂ ਪਾਉਣਾ। ਟੈਕੋ ਕਾਰਡ ਤੁਹਾਡਾ ਟਾਈਮ ਰਿਕਾਰਡ ਕਰਦਾ ਕਿੰਨੀ ਤੁਸੀਂ ਗੱਡੀ ਚਲਾਉਂਦੇ ਆ ਪਰ ਡੇ, ਤੇ ਉਹਦਾ ਦੇ ਸਪੈਸ਼ਲ ਰੂਲ ਹੁੰਦੇ ਕਿ ਤੁਸੀਂ ਕਿੰਨੀ ਗੱਡੀ ਚਲਾ ਸਕਦੇ ਆ ਤੇ ਕਿੰਨੀ ਨਹੀਂ ਚਲਾ ਸਕਦੇ। ਜਦੋਂ ਤੁਹਾਡਾ ਟਾਈਮ ਪੀਰੀਅਡ ਓਵਰ ਹੋ ਗਿਆ, ਤੁਸੀਂ ਗੱਡੀ ਚਲਾ ਨਹੀਂ ਸਕਦੇ। ਜੇ ਸਰਟਨ 2 ਵੀਕ ਦੇ ਵਿੱਚ ਤੁਸੀਂ ਕਿੰਨੀ ਗੱਡੀ ਚਲਾ ਸਕਦੇ ਆ ਤੇ ਕਿੰਨੀਆਂ ਬ੍ਰੇਕਾਂ ਲੈ ਸਕਦੇ। ਤੇ ਬੱਸ ਦੇ ਲਈ ਵੀ ਟੈਕੋ ਚਾਹੀਦਾ ਹੁੰਦਾ ਜੀ? ਅਗੇਨ ਜਿਹੜਾ ਬੱਸ ਦਾ ਟੈਕੋ ਆ, ਅਗੇਨ ਇਹ ਥੋੜਾ ਜਿਹਾ ਫਲੈਕਸੀਬਿਲਿਟੀ ਰੱਖਦੇ ਆ। ਜੇ ਲੋਕਲ ਬੱਸ ਹੈ
ਉਹਨਾਂ ਲਈ ਨਹੀਂ ਚਾਹੀਦਾ, ਜੇ ਕਈ ਰੂਟਾਂ ਤੇ ਨਹੀਂ ਚਾਹੀਦਾ, ਕਈ ਰੂਟਾਂ ਤੇ ਤੁਹਾਨੂੰ ਚਾਹੀਦਾ ਯਾ ਸੋ ਡਿਪੈਂਡ ਕਰਦਾ ਕਿ ਤੁਸੀਂ ਕਿਹਦੇ ਲਈ ਗੱਡੀ ਚਲਾਉਣੀ ਹੈ। ਜੇ ਤੁਸੀਂ ਹੁਣ ਯੂਰਪ ਨੂੰ ਗੱਡੀ ਖੜਨੀ ਹੈ ਕਿਸੇ ਫਰਮ ਲਈ, ਉਹਨੂੰ ਤੁਹਾਨੂੰ ਡੈਫੀਨਿਟਲੀ ਚਾਹੀਦਾ। ਜੇ ਤੁਸੀਂ ਇੱਥੇ ਲੋਕਲ ਸਰਵਿਸ ਵਾਲੀ ਜਿਹੜੀ ਲੋਕਲ ਬੱਸ ਹੈ ਉਹ ਡੋਮੈਸਟਿਕ ਰੂਟ 'ਚ ਚੱਲਦੀਆਂ ਤੇ ਇੰਨੇ ਮਾਈਲੇਜ ਬਾਹਰ ਨਹੀਂ ਗੱਡੀ ਨਿਕਲਦੀ, ਤੇ ਫਿਰ ਤੁਹਾਨੂੰ ਜਨਰਲੀ ਸਪੀਕਿੰਗ ਟੈਕ ਕਾਰ ਨਹੀਂ ਚਾਹੀਦਾ। ਤੇ ਜੇ ਆਪਾਂ ਹੁਣ ਗੱਲ ਕਰੀਏ, ਕਿਉਂਕਿ ਕਰੋਨਾ ਵਾਇਰਸ ਕਰਕੇ ਸਾਰਾ ਕੁਝ ਹੀ ਲੋਕਡਾਊਨ ਹੋਇਆ ਸੀ, ਸਾਰੇ ਕੋਰਸਿਸ ਬੰਦ ਸੀ, ਸਾਰੇ ਟੈਸਟ ਬੰਦ ਸੀਗੇ। ਆਪਣੇ ਹੁਣ ਡਰਾਈਵਿੰਗ ਦੇ ਕੋਰਸਿਸ ਜਿਹੜੇ ਸਟਾਰਟ ਹੋ ਚੁੱਕੇ, ਉਹਨਾਂ ਦੇ ਲੈਸਨ ਟੈਸਟ ਵਗੈਰਾ ਹੁਣ ਥੋੜੇ ਜਿਹੇ ਟੈਸਟ ਖੁੱਲਣ ਲੱਗ ਪਿਆ। ਓਕੇ, ਅਸੀਂ ਹਲੇ ਟਾਈਮ ਵੀ ਸਟਰਗਲ ਕਰ ਰਹੇ ਹਾਂ ਟੈਸਟ ਲੈਣ ਲਈ ਫਰਮ DSA। ਯਾ ਸੋ ਰੀਅਲੀ ਸਪੀਕਿੰਗ ਜਿਹੜਾ ਕਰੋਨਾ ਵਾਇਰਸ ਹੈ ਉਹ ਸਾਰਾ ਸਿਸਟਮ ਅਪਸੈਟ ਕੀਤਾ ਹੈ। ਜੇ ਮੈਨੂੰ ਅੰਦਾਜ਼ਾ ਲੱਗਦਾ ਕਿ ਐਟਲੀਸਟ 3 ਮਹੀਨੇ ਤੋਂ 6 ਮਹੀਨੇ ਨੋਰਮਲ ਤੇ ਪਹੁੰਚਣਾ ਜਾ ਰਿਹਾ। ਡਿਲੇ ਕਿੰਨੀ ਚੱਲ ਰਹੀ ਹੈ ਜੀ ਟੈਸਟ ਬੁੱਕ ਕਰਨ ਦੇ ਲਈ? ਅਸੀਂ ਡਿਲੇ ਕਾਫੀ ਚੱਲ ਰਹੀ ਆ। ਸਾਡਾ ਜਿਹੜਾ ਇਨਫੋਰਮੇਸ਼ਨ ਅਸੀਂ ਪਬਲਿਕ ਨੂੰ ਇਹੀ ਦਿੰਦੇ ਆ, ਜੇ ਤੁਹਾਡੇ ਕੋਲ ਹੈਗਾ ਚਾਂਸ ਨਹੀਂ ਕਰਨ ਦਾ ਐਟ ਦ ਮੋਮੈਂਟ ਸਟਾਰਟ ਕਰਨ ਦਾ, ਤੁਸੀਂ ਐਪਲੀਕੇਸ਼ਨ ਕਰ ਲਓ, ਪ੍ਰੋਵੀਜ਼ਨ ਦੀ ਐਪਲੀਕੇਸ਼ਨ ਕਰ ਲਓ, ਤੇਰੀ ਹੈਜ਼ ਪਰਸੈਪਸ਼ਨ ਦੀ ਕਰ ਲਓ ਤਿਆਰੀ, ਉਹ ਟੈਸਟ ਦੇ ਦਿਓ। ਪਰ ਜਿਹੜਾ ਪ੍ਰੈਕਟੀਕਲ ਆ ਉਹਦਾ ਥੋੜਾ ਜਿਹਾ ਵੇਟ ਕਰੋ, ਐਟਲੀਸਟ 3 ਮਹੀਨੇ ਤੋਂ 6 ਮਹੀਨੇ ਜੇ ਹੋ ਸਕਦਾ, ਕਿਉਂਕਿ ਦ ਮੇਨ ਰੀਜ਼ਨ ਇਜ਼ ਜੇ ਸਪੋਜ਼ ਅਸੀਂ ਤੁਹਾਨੂੰ ਟੈਸਟ ਦਵਾ ਵੀ ਦਿੰਦੇ ਆ ਕਿ ਹਾਂ ਵੀ ਜੇ ਸਪੋਜ਼ ਤੁਸੀਂ ਫੇਲ ਹੋ ਜਾਂਦੇ ਆ, ਹੈ ਜਿਹੜਾ ਰੀਟੈਸਟ ਬਹੁਤ ਮੁਸ਼ਕਿਲ ਹੋਵੇਗਾ। ਓਕੇ, ਜੇ ਹੁਣ ਕਿਸੇ ਨੇ ਥਿਊਰੀ ਕੰਪਲੀਟ ਕਰ ਲਈ, ਕਾਰ ਦੀ ਥਿਊਰੀ ਵੀ ਕੰਪਲੀਟ ਕਰ ਲਈ, ਜਾਂ ਹੁਣ ਉਹ ਸਿਰਫ ਪ੍ਰੈਕਟੀਕਲ ਟੈਸਟ ਦੇਣ ਦੀ ਵੇਟ ਕਰ ਰਿਹਾ, ਬਿਕੋਜ਼ ਆਫ ਲੋਕਡਾਊਨ ਹੋ ਗਿਆ ਸੀ, ਉਹਦਾ ਪ੍ਰੈਕਟੀਕਲ ਵਿੱਚੇ ਰਹਿ ਗਿਆ। ਪਰ ਹੁਣ ਜੇ ਉਹ ਕਵੇ ਜੀ ਓਕੇ ਟੈਸਟ ਜਦੋਂ ਬੁੱਕ ਹੋਏਗਾ ਤੇ ਪਰ ਮੈਂ अर्ਲੀ ਟ੍ਰੇਨਿੰਗ ਲੈਣਾ ਚਾਹੁੰਦਾ ਡਰਾਈਵਿੰਗ ਦੀ ਜਾਂ CPC ਦੀ, ਉਹ ਤੁਸੀਂ ਦੇ ਰਹੇ ਹੋ? ਅਸੀਂ ਜਨਰਲੀ ਐਡਵਾਈਸ ਕਰਦੇ ਹਾਂ ਕਿ ਕਿਉਂਕਿ ਜਿਹੜਾ ਟਰੱਕਾਂ ਦਾ, ਬੱਸਾਂ ਦਾ, ਮਿਨੀ ਬੱਸ ਜਾਂ ਜਿਹੜੇ ਅਬਵ ਕਾਰ ਲਾਇਸੈਂਸ ਆ, ਇਹਦੀ ਸਿਲੇਬਸ ਬੇਸਡ ਟ੍ਰੇਨਿੰਗ ਆ। ਤੇ ਸਿਲੇਬਸ ਬੇਸਡ ਟ੍ਰੇਨਿੰਗ ਕਿ ਹਾਂ ਵੀ ਤੁਹਾਨੂੰ 10 ਘੰਟੇ ਦੀ ਟ੍ਰੇਨਿੰਗ ਆ, ਉਹਦੇ ਵਿੱਚ ਸਿਲੇਬਸ ਦਾ ਟੈਸਟ ਰੂਟ ਕਵਰ ਕਰਨਾ। ਜੇ ਅਸੀਂ ਸਪੋਜ਼ ਤੁਹਾਨੂੰ ਅਸੀਂ ਤੁਹਾਨੂੰ ਟ੍ਰੇਨਿੰਗ ਦੇਤੀ ਆ ਤੇ ਮੋਰੇ ਟੈਸਟ ਹੈ ਨਹੀਂ, ਉਹ ਜਿਹੜੀ ਸਾਰੀ ਟ੍ਰੇਨਿੰਗ ਅਸੀਂ ਦੇ ਉਹ ਇਸ ਵੇਸਟ ਆਫ ਟਾਈਮ। ਕਿਉਂਕਿ ਤੁਸੀਂ ਜਿਹੜੇ ਤੁਸੀਂ ਟੈਸਟ ਤੇ ਆਉਣਾ, ਬਾਈ ਦੈਟ ਟਾਈਮ ਤੁਸੀਂ ਸਾਰਾ ਚੇਤਾ ਭੁੱਲ ਜਾਣਾ। ਯਾ ਸੋ ਅਸੀਂ ਬਾਈ ਜਨਰਲੀ ਅਸੀਂ ਕਹਿੰਦੇ ਕਿ ਐਟ ਦ ਮੋਮੈਂਟ ਅਸੀਂ ਕਿ ਤੁਸੀਂ ਨਾ ਕਰੋ ਐਟ ਦ ਮੋਮੈਂਟ, ਕਿਉਂਕਿ ਕਈ ਡਰਾਈਵਿੰਗ ਸਕੂਲ ਜਿਹੜੇ ਥੋੜੇ ਜਿਹੇ ਸਪੋਜ਼ ਬਿਜ਼ਨਸ ਖਿੱਚਣ ਲੱਗ ਗਿਆ, ਮਨੀ ਮਾਈਂਡਡ ਆ, ਹੈ ਉਹ ਕਹਿੰਦੇ ਕੋਈ ਨਹੀਂ ਆ ਜਾਓ, ਤੁਸੀਂ ਕਰ ਲਓ ਟ੍ਰੇਨਿੰਗ, ਹੋ ਜਾਊਗਾ ਟੈਸਟ, ਸੋ ਐਂਡ ਸੋ ਫੋਰਥ। ਜਿਹੜਾ ਜਨਰਲੀ ਸਪੀਕਿੰਗ ਆ ਅਸੀਂ ਕਹਿੰਦੇ ਕਿ ਨੋ, ਕਿਉਂਕਿ ਦਿਸ ਇਜ਼ ਨੋਟ ਐਥੀਕਲ, ਕਿ ਇਟਸ ਨੋਟ ਰਾਈਟ ਕਿ ਬੰਦੇ ਨੂੰ ਟੈਸਟ ਰੈਡੀ ਕਰਕੇ ਤੇ ਉਹਨੂੰ ਰੋਕ ਲੈਣਾ। ਵੀ ਉਹਨੂੰ ਟੈਸਟ ਰੈਡੀ ਕਰਕੇ ਉਹਨੂੰ ਟੈਸਟ ਤੋਂ ਬਾਅਦ ਉਹ ਕਲੀਅਰ ਕਰ ਦਿਓ ਤੇ ਤੁਸੀਂ ਵੀ ਹੈਪੀ, ਅਸੀਂ ਵੀ ਹੈਪੀ। ਓਕੇ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਖਾਸ ਮੁਲਾਕਾਤ ਦੇ ਵਿੱਚ ਅਸੀਂ ਤੁਹਾਡੀ ਗੱਲਬਾਤ ਕਰਵਾਈ ਦਰਬਾਰਾ ਸਿੰਘ ਜੀ ਦੂਤ ਦੇ ਨਾਲ। ਇਹਨਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕੀਤੀ, ਜਿਨ੍ਹਾਂ ਨੇ ਟਰੱਕ ਦਾ ਲਾਇਸੈਂਸ ਲੈਣਾ ਜਾਂ ਬੱਸ ਦਾ ਲਾਇਸੈਂਸ ਲੈਣਾ, ਉਹਦੇ ਲਈ ਕੀ ਰਿਕੁਆਇਰਮੈਂਟਸ ਹੋਣਗੀਆਂ, ਕਿੰਨੇ ਉਹਨਾਂ ਦੇ ਟੈਸਟ ਹੈਗੇ ਆ। ਜੇ ਤੁਹਾਨੂੰ ਕੋਈ ਡਿਫਿਕਲਟੀ ਲੱਗਦੀ ਹੈ ਥਿਊਰੀ ਟੈਸਟ ਦੇਣ ਦੇ ਲਈ, ਜਾਂ ਪ੍ਰੈਕਟੀਕਲ ਟੈਸਟ ਤੁਹਾਡੇ ਤੋਂ ਨਹੀਂ ਕਲੀਅਰ ਹੋ ਰਿਹਾ, ਤਾਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਨੰਬਰ ਸਾਡੀ ਸਕਰੀਨ ਤੇ ਚੱਲ ਰਿਹਾ ਹੈਗਾ, ਤੁਸੀਂ ਉਸ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ, ਇਹਨਾਂ ਨੂੰ ਈਮੇਲ ਕਰ ਸਕਦੇ ਹੋ। ਸੋ ਦੇ ਵਿਲ ਟਰਾਈ ਟੂ ਗੈਟ ਬੈਕ ਟੂ ਯੂ ਐਜ਼ ਸੂਨ ਐਜ਼ ਪੋਸੀਬਲ। ਸੋ ਤੁਸੀਂ ਦੇਖਦੇ ਰਹੋ ਸਾਡਾ ਪ੍ਰਾਈਮ ਪੰਜਾਬੀ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ। ਇੱਕ ਵਾਰੀ ਫੇਰ ਅਸੀਂ ਦਰਬਾਰਾ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਚੈਨਲ ਨੂੰ ਟਾਈਮ ਦਿੱਤਾ ਤੇ ਇੰਨੀ ਵਧੀਆ ਇਨਫੋਰਮੇਸ਼ਨ ਜਿਹੜੀ ਸਾਡੇ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਬਾਰਾ ਸਿੰਘ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।